ਅਸੀਂ ਕੀਤਾ ਸੀ ਜੋ ਇਲੈਕਟ੍ਰਿਕ ਕਰੰਟ ਹੈ ਉਹ ਫਲੋ ਆਫ ਚਾਰਜ ਆ। ਜਿਸ ਤਰ੍ਹਾਂ ਇਹ ਚਾਰਜ ਆ, ਇੱਥੇ ਇਲੈਕਟ੍ਰੋਨ ਅਸੀਂ ਫਲੋ ਕਰਦੇ ਦਿਖਾਏ ਆ, ਤਾਂ ਇਹ ਕੀ ਹੈ, ਇੱਕ ਕਰੰਟ ਆ। ਤਾਂ ਕਰੰਟ ਇੱਕ ਵਾਇਰ 'ਚ ਇਸ ਤਰ੍ਹਾਂ ਇੱਕ ਸਰਕਟ 'ਚ ਚੱਲਦਾ। ਇਹ ਇਲੈਕਟ੍ਰੋਨ ਆ ਜੋ ਉਹ ਮੂਵ ਕਰਦੇ ਆ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ। ਤਾਂ ਜੋ ਦਿਖਾਇਆ ਦੇਖੋ, ਸਵਿਚ ਆ ਜੋ ਓਪਨ ਹੋ ਗਈ ਆ, ਤਾਂ ਕਰੰਟ ਦਾ ਫਲੋ ਆ ਜੋ ਉਹ ਰੁਕ ਗਿਆ, ਇਲੈਕਟ੍ਰੋਨ ਮੂਵ ਕਰਨੇ ਰੁਕ ਗਏ ਨੇ। ਤਾਂ ਬਸ ਸਵਿਚ ਦਾ ਕੰਮ ਇਹੀ ਹੁੰਦਾ। ਤਾਂ ਜਦੋਂ ਇਹ ਸਵਿਚ ਔਨ ਹੁੰਦੀ ਹੈ ਤਾਂ ਉਹ ਕੀ ਹੈ, ਇਲੈਕਟ੍ਰੋਨ ਦਾ ਫਲੋ ਆ ਜੋ ਉਹ ਚੱਲਦਾ ਰਹਿੰਦਾ। ਤਾਂ ਕਰੰਟ ਆ ਜੋ ਸਾਡਾ ਕੰਟੀਨਿਊਸ ਰਹਿੰਦਾ। ਅਤੇ ਜਦੋਂ ਇਸ ਤਰ੍ਹਾਂ ਓਪਨ ਹੋ ਜਾਂਦੀ ਆ ਤਾਂ ਇਲੈਕਟ੍ਰੋਨ ਦਾ ਫਲੋ ਰੁਕ ਜਾਂਦਾ, ਤਾਂ ਕਰੰਟ ਸਾਡਾ ਵੀ ਰੁਕ ਜਾਂਦਾ। ਹਾਂਜੀ ਸਟੂਡੈਂਟਸ, ਅਸੀਂ ਕਰ ਰਹੇ ਹਾਂ 10th ਕਲਾਸ ਦਾ ਇਲੈਕਟ੍ਰੀਸਿਟੀ ਚੈਪਟਰ ਹੈ ਜੋ। ਤਾਂ ਅਸੀਂ ਇਸ ਵਿੱਚ ਇਲੈਕਟ੍ਰੀਸਿਟੀ ਹੈ ਇਸ ਬਾਰੇ ਥੋੜ੍ਹੀ ਬਹੁਤ ਜੋ ਇੰਟਰੋਡਕਸ਼ਨ ਆ ਉਹ ਪਹਿਲਾਂ ਕਰ ਚੁੱਕੇ ਹਾਂ। ਤਾਂ ਹੁਣ ਨੈਕਸਟ ਅਸੀਂ ਇਸ ਦੀ ਡੈਫੀਨੇਸ਼ਨ ਤੋਂ ਹੀ ਸਟਾਰਟ ਕਰਦੇ ਹਾਂ। ਅਸੀਂ ਪਿਛਲੇ ਪਾਰਟ 'ਚ ਵੀ ਡੈਫੀਨੇਸ਼ਨ ਕੀਤੀ ਸੀ ਇਲੈਕਟ੍ਰਿਕ ਕਰੰਟ ਦੀ, ਅਤੇ ਇਸ ਪਾਰਟ 'ਚ ਵੀ ਅਸੀਂ ਸਟਾਰਟ ਕਰਦੇ ਹਾਂ। ਤਾਂ ਇੱਕ ਤਰ੍ਹਾਂ ਦੀ ਸਟਾਰਟਿੰਗ ਹੀ ਹੈ, ਕਿਉਂਕਿ ਪਹਿਲਾਂ ਤਾਂ ਇਸ ਦੀ ਇੱਕ ਇੰਟਰੋਡਕਸ਼ਨ ਹੀ ਸੀਗਾ, ਪਾਰਟ ਸੀਗਾ। ਤਾਂ ਇੱਥੋਂ ਹੀ ਮੇਨ ਚੈਪਟਰ ਆ ਜੋ ਉਹ ਸਟਾਰਟ ਹੁੰਦਾ ਗਾ। ਤਾਂ ਸਭ ਤੋਂ ਪਹਿਲਾਂ ਅਸੀਂ ਕੀ ਹੈ, ਇਲੈਕਟ੍ਰਿਕ ਕਰੰਟ ਬਾਰੇ ਥੋੜ੍ਹੀ ਜੋ ਪਹਿਲਾਂ ਇੰਟਰੋਡਕਸ਼ਨ ਕੀਤੀ ਸੀ ਉਸ ਬਾਰੇ ਥੋੜ੍ਹਾ ਜਾਣ ਲੱਗੇ। ਤਾਂ ਇਲੈਕਟ੍ਰਿਕ ਕਰੰਟ ਆ ਜੋ ਉਹ ਕੁਛ ਨਹੀਂ ਹੁੰਦਾ ਹੋਰ, ਜਦੋਂ ਕੋਈ ਚਾਰਜ ਫਲੋ ਕਰਦਾ ਤਾਂ ਉਸ ਨੂੰ ਕੀ ਕਹਿੰਦੇ ਆ, ਇਲੈਕਟ੍ਰਿਕ ਕਰੰਟ ਕਹਿੰਦੇ ਆ। ਜਿਵੇਂ ਇੱਕ ਵਾਇਰ ਹੈ, ਅਸੀਂ ਕਹਿੰਦੇ ਇੱਕ ਵਾਇਰ ਵਿੱਚ ਕਰੰਟ ਹੈ, ਤਾਂ ਕਰੰਟ ਕੀ ਹੁੰਦਾ, ਤਾਂ ਕਰੰਟ ਕੀ ਆ, ਜੋ ਉਸ ਵਿੱਚ ਇਲੈਕਟ੍ਰੋਨਸ ਹੁੰਦੇ ਨੇ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਕੀ ਕਰਦੇ ਨੇ, ਮੂਵ ਕਰ ਰਹੇ ਹੁੰਦੇ ਨੇ। ਤਾਂ ਜਿਵੇਂ ਇਹ ਇਲੈਕਟ੍ਰੋਨ ਨੇ ਇਸ 'ਚ ਦਿਖਾਏ ਹੋਏ ਜੋ ਐਰੋ ਦਾ ਨਿਸ਼ਾਨ ਹੈ ਉਹ ਕਿਸ ਨੂੰ ਦਿਖਾਉਂਦਾ, ਇਲੈਕਟ੍ਰੋਨਸ ਨੂੰ। ਤਾਂ ਇਸ 'ਚ ਮੈਟਲਸ 'ਚ ਜੋ ਇਲੈਕਟ੍ਰੋਨਸ ਨੇ ਉਹ ਮੂਵ ਕਰ ਰਹੇ ਨੇ, ਤਾਂ ਕਿਸ ਮੂਵ ਕਰ ਰਹੇ ਨੇ, ਤਾਂ ਜਿਸ ਨੂੰ ਅਸੀਂ ਕੀ ਕਹਿੰਦੇ ਹਾਂ, ਇਲੈਕਟ੍ਰਿਕ ਕਰੰਟ। ਇਸ ਦਾ ਮਤਲਬ ਇਲੈਕਟ੍ਰਿਕ ਕਰੰਟ ਹੋਰ ਕੁਛ ਨਹੀਂ, ਜਦੋਂ ਕੋਈ ਚਾਰਜ ਫਲੋ ਕਰਦਾ, ਜਿਵੇਂ ਇੱਥੇ ਇਲੈਕਟ੍ਰੋਨ ਚਾਰਜ ਨੇ ਤਾਂ ਉਹ ਮੈਟਲ 'ਚ ਫਲੋ ਕਰ ਰਹੇ ਨੇ ਇੱਕ ਵਾਇਰ 'ਚ ਜੋ ਸਾਡੀ ਤਾਰ ਹੈ। ਤਾਂ ਜਦੋਂ ਵੀ ਕੋਈ ਚਾਰਜ ਫਲੋ ਕਰਦਾ, ਇੱਥੇ ਇਲੈਕਟ੍ਰੋਨ ਫਲੋ ਕਰ ਰਿਹਾ, ਤਾਂ ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਕਰੰਟ। ਤਾਂ ਕਰੰਟ ਦੀ ਡੈਫੀਨੇਸ਼ਨ ਅਸੀਂ ਸੌਖੀ ਦੇ ਸਕਦੇ ਹਾਂ। ਤਾਂ ਕਰੰਟ ਦੀ ਡੈਫੀਨੇਸ਼ਨ ਕੀ ਹੁੰਦੀ ਹੈ, ਰੇਟ ਆਫ ਫਲੋ ਆਫ ਚਾਰਜ ਇਜ਼ ਕਾਲਡ ਕਰੰਟ। ਤਾਂ ਕਰੰਟ ਕੀ ਹੁੰਦਾ, ਰੇਟ ਆਫ ਫਲੋ ਆਫ ਚਾਰਜ। ਤਾਂ ਮੈਂ ਲਿਖ ਦਿੰਦਾ, ਤਾਂ ਕਰੰਟ ਦੀ ਡੈਫੀਨੇਸ਼ਨ ਕੀ ਹੈ, ਸਿੰਪਲ, ਰੇਟ ਆਫ ਫਲੋ ਆਫ ਚਾਰਜ। ਤਾਂ ਜੋ ਚਾਰਜ ਆ ਉਹਦੇ ਫਲੋ ਦੀ ਰੇਟ ਨੂੰ ਅਸੀਂ ਕੀ ਕਹਿੰਦੇ ਹਾਂ, ਇਲੈਕਟ੍ਰਿਕ ਕਰੰਟ। ਤਾਂ ਇਹ ਇਲੈਕਟ੍ਰਿਕ ਕਰੰਟ ਦੀ ਕੀ ਹੈ, ਡੈਫੀਨੇਸ਼ਨ ਹੈ। ਨੈਕਸਟ ਹੈ ਜੋ ਇਲੈਕਟ੍ਰਿਕ ਕਰੰਟ ਹੈ, ਇਹ ਯਾਦ ਰੱਖਣਾ, ਜੇ ਅਸੀਂ ਇਸ ਦੀ ਡਾਇਰੈਕਸ਼ਨ ਦੀ ਗੱਲ ਕਰੀਏ ਤਾਂ ਦੇਖੋ ਜਿਵੇਂ ਸਾਡੇ ਕੋਲ ਇਹ ਸੈੱਲ ਹੈ, ਤਾਂ ਸੈੱਲ ਦੇ ਦੋ ਟਰਮੀਨਲ ਹੁੰਦੇ ਨੇ। ਤਾਂ ਪਹਿਲਾ ਜੋ ਟਰਮੀਨਲ ਹੈ ਉਸ ਨੂੰ ਅਸੀਂ ਪੋਜ਼ਿਟਿਵ ਟਰਮੀਨਲ ਕਹਿੰਦੇ ਹਾਂ। ਪੋਜ਼ਿਟਿਵ ਟਰਮੀਨਲ ਨੂੰ ਅਨੋਡ ਲਿਖਦੇ ਹਾਂ, ANODE, ਅਨੋਡ। ਜੋ ਨੈਗੇਟਿਵ ਟਰਮੀਨਲ ਆ ਉਸ ਨੂੰ ਕਹਿੰਦੇ ਹਾਂ ਅਸੀਂ ਕੈਥੋਡ। ਤਾਂ ਯਾਦ ਰੱਖਣਾ, ਪਤਾ ਹੋਣਾ ਚਾਹੀਦਾ ਤੁਹਾਨੂੰ, ਕੈਥੋਡ। ਤਾਂ ਸਾਡੇ ਕੋਲ ਦੋ ਟਰਮੀਨਲ ਹੁੰਦੇ ਨੇ, ਪੋਜ਼ਿਟਿਵ ਐਂਡ ਨੈਗੇਟਿਵ ਟਰਮੀਨਲ। ਤਾਂ ਜੋ ਕਰੰਟ ਹੈ ਉਸ ਦੀ ਡਾਇਰੈਕਸ਼ਨ ਅਸੀਂ ਕੀ ਲੈਂਦੇ ਹਾਂ, ਪੋਜ਼ਿਟਿਵ ਟਰਮੀਨਲ ਟੂ ਨੈਗੇਟਿਵ। ਮਤਲਬ ਇਸ ਵੱਲੋਂ ਕਰੰਟ ਜਾਂਦਾ ਸੀ, ਇਹ ਡਾਇਰੈਕਸ਼ਨ ਲੈਂਦੇ ਹਾਂ। ਤਾਂ ਜੋ ਸਾਡਾ ਇਲੈਕਟ੍ਰਿਕ ਕੋਈ ਵੀ ਜੋ ਹੁੰਦੀ ਹੈ ਇਲੈਕਟ੍ਰੀਕਲ ਇੰਸਟਰੂਮੈਂਟ ਹੁੰਦਾ, ਜਿਵੇਂ ਇੱਥੇ ਲੈਂਪ ਆ, ਤਾਂ ਜੋ ਮਤਲਬ ਕਰੰਟ ਆ ਉਹ ਲੈਂਪ ਦੇ ਵਿੱਚ ਦੀ ਜਾਂਦਾ ਅਤੇ ਦੂਸਰੀ ਸਾਈਡ ਕਿੱਧਰ, ਨੈਗੇਟਿਵ ਟਰਮੀਨਲ ਵੱਲ ਜਾਂਦਾ। ਇਸਦਾ ਮਤਲਬ ਕਰੰਟ ਦੀ ਡਾਇਰੈਕਸ਼ਨ ਅਸੀਂ ਕੀ ਲੈਂਦੇ ਹਾਂ, ਪੋਜ਼ਿਟਿਵ ਟਰਮੀਨਲ ਟੂ ਨੈਗੇਟਿਵ ਟਰਮੀਨਲ। ਤਾਂ ਅਸੀਂ ਨੈਕਸਟ ਜੇ ਅਸੀਂ ਗੱਲ ਕਰੀਏ ਇਲੈਕਟ੍ਰੋਨਸ ਦੀ, ਤਾਂ ਇਲੈਕਟ੍ਰੋਨ ਯਾਦ ਰੱਖਣਾ ਇਸ ਦੇ ਉਲਟ ਫਲੋ ਕਰਦੇ ਨੇ, ਕਿਉਂਕਿ ਇਲੈਕਟ੍ਰੋਨ 'ਤੇ ਸਾਨੂੰ ਪਤਾ ਕਿਹੜਾ ਚਾਰਜ ਹੁੰਦਾ, ਨੈਗੇਟਿਵ। ਤਾਂ ਨੈਗੇਟਿਵ ਇਲੈਕਟ੍ਰੋਨ ਆ ਉਹ ਕਿਸ ਵੱਲ ਮੂਵ ਕਰਨਗੇ, ਤਾਂ ਯਾਦ ਰੱਖਣਾ ਪੋਜ਼ਿਟਿਵ ਟਰਮੀਨਲ ਵੱਲ, ਕਿਉਂਕਿ ਨੈਗੇਟਿਵ ਨੂੰ ਕੌਣ ਅਟਰੈਕਟ ਕਰਦਾ, ਪੋਜ਼ਿਟਿਵ। ਤਾਂ ਸੇਮ ਜੋ ਨੈਗੇਟਿਵ ਆ ਉਸ ਨੂੰ ਨੈਗੇਟਿਵ ਕੀ ਕਰਦਾ, ਰਿਪੈਲ। ਤਾਂ ਇਸ ਤੋਂ ਕੀ ਜਾਣਗੇ, ਇਹ ਦੂਰ ਨੂੰ ਜਾਣਗੇ। ਇਸ ਦਾ ਮਤਲਬ ਜੋ ਇਲੈਕਟ੍ਰੋਨ ਆ ਉਹ ਕਿਸ ਡਾਇਰੈਕਸ਼ਨ ਵੱਲ ਜਾਂਦੇ ਆ, ਨੈਗੇਟਿਵ ਟੂ ਪੋਜ਼ਿਟਿਵ। ਤਾਂ ਇਹ ਯਾਦ ਰੱਖਣਾ ਇੰਪੋਰਟੈਂਟ ਹੈ, ਤਾਂ ਕਈ ਵਾਰੀ ਪੁੱਛ ਲੈਂਦੇ ਆ। ਤਾਂ ਯਾਦ ਰੱਖਣਾ ਜੋ ਕਰੰਟ ਆ ਸਾਡੀ ਉਸ ਦੀ ਡਾਇਰੈਕਸ਼ਨ ਕੀ ਹੁੰਦੀ ਆ, ਪੋਜ਼ਿਟਿਵ ਟਰਮੀਨਲ ਟੂ ਨੈਗੇਟਿਵ। ਅਤੇ ਜੋ ਇਲੈਕਟ੍ਰੋਨ ਆ ਉਸ ਦੀ ਡਾਇਰੈਕਸ਼ਨ ਅਸੀਂ ਕੀ ਲੈਂਦੇ ਹਾਂ, ਨੈਗੇਟਿਵ ਟੂ ਪੋਜ਼ਿਟਿਵ ਹੁੰਦੀ ਹੈ। ਇਹ ਕਿਉਂ ਲੈਤਾ ਇਸ ਤਰ੍ਹਾਂ ਉਲਟ, ਤਾਂ ਯਾਦ ਰੱਖਣਾ ਇਸ ਦਾ ਕਾਰਨ ਕੀ ਹੈ, ਪਹਿਲਾਂ ਇਲੈਕਟ੍ਰੋਨ ਆ ਜੋ ਇਹਨਾਂ ਦੀ ਡਿਸਕਵਰੀ ਨਹੀਂ ਹੋਈ ਸੀਗੀ।
ਤਾਂ ਇਲੈਕਟ੍ਰੋਨ ਬਾਰੇ ਪਤਾ ਨਹੀਂ ਸੀ, ਤਾਂ ਉਦੋਂ ਡਾਇਰੈਕਸ਼ਨ ਕੀ ਆ ਪੋਜ਼ਿਟਿਵ ਚਾਰਜ ਮੁਤਾਬਕ ਲੈਂਦੇ ਸੀ। ਤਾਂ ਪੋਜ਼ਿਟਿਵ ਚਾਰਜ ਆ ਜੋ ਉਹ ਕਿਸ ਡਾਇਰੈਕਸ਼ਨ ਵੱਲ ਜਾਏਗਾ, ਪੋਜ਼ਿਟਿਵ ਟੂ ਨੈਗੇਟਿਵ, ਕਿਉਂਕਿ ਨੈਗੇਟਿਵ ਉਸ ਨੂੰ ਪੋਜ਼ਿਟਿਵ ਨੂੰ ਕੀ ਕਰੇਗਾ, ਅਟਰੈਕਟ ਕਰੇਗਾ। ਤਾਂ ਪੋਜ਼ਿਟਿਵ ਚਾਰਜ ਕਿਹਦੀ ਡਾਇਰੈਕਸ਼ਨ 'ਚ ਜਾਏਗਾ, ਤਾਂ ਪੋਜ਼ਿਟਿਵ ਨੂੰ, ਜੇ ਇੱਥੇ ਮੰਨ ਲਓ ਪੋਜ਼ਿਟਿਵ ਆ ਤਾਂ ਇਹ ਪੋਜ਼ਿਟਿਵ ਨੂੰ ਕੀ ਕਰੇਗਾ, ਰਿਪੈਲੇ ਤੋਂ ਦੂਰ ਜਾਏਗਾ। ਮੰਨ ਲਓ ਇੱਥੇ ਪੋਜ਼ਿਟਿਵ ਆ ਤਾਂ ਪੋਜ਼ਿਟਿਵ ਨੂੰ ਇਹ ਨੈਗੇਟਿਵ ਕੀ ਕਰੇਗਾ, ਆਪਣੇ ਵੱਲ ਅਟਰੈਕਟ ਕਰੇਗਾ। ਤਾਂ ਪੋਜ਼ਿਟਿਵ ਚਾਰਜ ਕੀ ਜਾਏਗਾ, ਪੋਜ਼ਿਟਿਵ ਟੂ ਨੈਗੇਟਿਵ ਟਰਮੀਨਲ। ਤਾਂ ਕਰੰਟ ਦੀ ਡਾਇਰੈਕਸ਼ਨ ਵੀ ਇਹੀ ਲੈ ਕੇ ਚੱਲੇ ਸੀ, ਕਿਉਂਕਿ ਉਸ ਟਾਈਮ ਨੈਗੇਟਿਵ ਆ ਜੋ ਇਲੈਕਟ੍ਰੋਨ ਦੀ ਡਿਸਕਵਰੀ ਨਹੀਂ ਹੋਈ ਸੀ। ਤਾਂ ਹੁਣ ਯਾਦ ਰੱਖਣਾ ਇੰਪੋਰਟੈਂਟ, ਜੋ ਕਰੰਟ ਹੈ ਉਹ ਕੀ ਜਾਂਦਾ ਪੋਜ਼ਿਟਿਵ ਟੂ ਨੈਗੇਟਿਵ, ਠੀਕ ਹੈ ਜੀ। ਅਤੇ ਜੋ ਇਲੈਕਟ੍ਰੋਨਸ ਨੇ ਉਹ ਕੀ ਜਾਂਦੇ ਨੇ, ਨੈਗੇਟਿਵ ਟੂ ਪੋਜ਼ਿਟਿਵ ਟਰਮੀਨਲ, ਠੀਕ ਹੈ। ਅਤੇ ਇਹ ਫਲੋ ਆ ਜੋ ਇਲੈਕਟ੍ਰੋਨਸ ਦਾ, ਇਹ ਕੀ ਹੁੰਦਾ, ਚਾਰਜ ਦਾ ਫਲੋ, ਕਰੰਟ ਹੁੰਦਾ, ਇਸ ਨੂੰ ਅਸੀਂ ਕਰੰਟ ਕਹਿੰਦੇ ਹਾਂ। ਤਾਂ ਨੈਕਸਟ ਕਰਦੇ ਹਾਂ। ਹਾਂਜੀ, ਹੁਣ ਜੇ ਅਸੀਂ ਕਰੰਟ ਦਾ ਫਾਰਮੂਲਾ ਕਰੀਏ, ਕਿਉਂਕਿ ਕਰੰਟ ਕੀ ਆ, ਫਲੋ ਆਫ ਚਾਰਜ, ਤਾਂ ਉੱਪਰ ਅਸੀਂ ਕੀ ਲਿਖ ਲਿਆ, ਚਾਰਜ, ਠੀਕ ਹੈ, ਮਤਲਬ ਕਿਊ। ਤਾਂ ਇਹਨੂੰ ਮੈਗਨੀਫਾਈ ਕਰਦੇ ਹਾਂ, ਵੱਡਾ ਕਰਕੇ ਦੇਖਦੇ ਹਾਂ। ਹਾਂ, ਤਾਂ ਜੇ ਕਰੰਟ ਦਾ ਫਾਰਮੂਲਾ ਕਰੀਏ ਤਾਂ ਕਰੰਟ ਦਾ ਫਾਰਮੂਲਾ ਕੀ ਆ, ਕਿਊ ਮਤਲਬ ਚਾਰਜ ਅਪੋਨ ਟਾਈਮ, ਮਤਲਬ ਕਿੰਨੇ ਟਾਈਮ 'ਚ ਕਿੰਨਾ ਚਾਰਜ ਫਲੋ ਕਰ ਰਿਹਾ, ਮਤਲਬ ਰੇਟ ਆਫ ਫਲੋ ਆਫ ਚਾਰਜ, ਇਹ ਕੀ ਹੁੰਦਾ, ਸਾਡਾ ਕਰੰਟ ਹੁੰਦਾ। ਜੇ ਅਸੀਂ ਯੂਨਿਟਸ ਦੀ ਗੱਲ ਕਰੀਏ ਤਾਂ ਯਾਦ ਰੱਖਣਾ, ਜੋ ਕਰੰਟ ਆ ਇਸ ਨੂੰ ਐਂਪੀਅਰ 'ਚ ਮੈਜ਼ਰ ਕਰਦੇ ਆ। ਐਂਪੀਅਰ, ਜੋ ਸਾਇੰਟਿਸਟ ਹੈ ਉਸ ਦੇ ਨਾਂ 'ਤੇ ਐਂਪੀਅਰ ਸਾਇੰਟਿਸਟ। ਅਤੇ ਜੋ ਚਾਰਜ ਹੈ ਇਸ ਦੀ ਯੂਨਿਟ ਹੁੰਦੀ ਆ ਕੂਲਮ। ਤਾਂ ਜੋ ਚਾਰਜ ਹੈ ਇਸ ਦੀ ਯੂਨਿਟ ਕੀ ਹੁੰਦੀ ਹੈ, ਕੂਲਮ, ਕਿਊ ਯੂ ਓ, ਕੂਲਮ, ਠੀਕ ਹੈ। ਐਂਡ ਟਾਈਮ ਆ ਇਸ ਦੀ ਯੂਨਿਟ ਸਾਨੂੰ ਪਤਾ, ਸੈਕਿੰਡ, ਠੀਕ ਹੈ। ਤਾਂ 1 ਐਂਪੀਅਰ ਆ, ਜੇ ਅਸੀਂ ਡੈਫੀਨੇਸ਼ਨ ਦੇਣੀ ਆ ਤਾਂ 1 ਐਂਪੀਅਰ ਕੀ ਹੋਏਗਾ, ਜਦ 1 ਕੂਲਮ ਚਾਰਜ 1 ਸੈਕਿੰਡ ਲਈ ਫਲੋ ਕਰੇ, ਠੀਕ ਹੈ। ਤਾਂ ਦੁਬਾਰਾ ਦੇਖ ਲਓ, ਅਸੀਂ ਜੋ ਕਰੰਟ ਹੈ ਇਸ ਨੂੰ ਕੀ ਕਹਾਂਗੇ, 1 ਐਂਪੀਅਰ, ਜੇ ਡੈਫੀਨੇਸ਼ਨ ਦੇਣੀ ਹੈ। ਕਦੋਂ, ਜਦੋਂ ਇਹ ਚਾਰਜ ਹੈ ਜੋ ਉਹ ਕਿੰਨਾ ਹੋਏ, 1 ਕੂਲਮ, ਠੀਕ ਹੈ। ਕਿੰਨੇ ਟਾਈਮ 'ਚ ਫਲੋ ਕਰੇ, 1 ਸੈਕਿੰਡ 'ਚ। ਇਸ ਦਾ ਮਤਲਬ 1 ਐਂਪੀਅਰ ਆ ਜੋ, ਉਸ ਦੀ ਡੈਫੀਨੇਸ਼ਨ ਜੋ ਪੇਪਰ 'ਚ ਆਉਂਦੀ ਹੈ ਉਹ ਕੀ ਦੇ ਸਕਦੇ ਹਾਂ, ਕਰੰਟ ਇਜ਼ ਸਾਈਡ ਟੂ ਬੀ 1 ਐਂਪੀਅਰ ਵੈਨ 1 ਕੂਲਮ ਚਾਰਜ ਫਲੋ ਇਨ 1 ਸੈਕਿੰਡ। ਤਾਂ ਸਿੰਪਲ ਫਾਰਮੂਲੇ ਤੋਂ ਹੀ ਅਸੀਂ ਕੀ ਲਿਖ ਸਕਦੇ ਹਾਂ, ਡੈਫੀਨੇਸ਼ਨ ਲਿਖ ਸਕਦੇ ਹਾਂ। ਤਾਂ ਜੇ ਤੁਸੀਂ ਡੈਫੀਨੇਸ਼ਨ ਨੋਟ ਕਰਨੀ ਆ ਤਾਂ ਉਹ ਵੀ ਤੁਸੀਂ ਇਸ ਤੋਂ ਕਰ ਸਕਦੇ ਹੋ। ਤਾਂ ਯੂਨਿਟ ਆਫ ਇਲੈਕਟ੍ਰਿਕ ਕਰੰਟ ਇਜ਼ ਨੋਨ ਐਜ਼ ਕੂਲਮ, ਜੋ ਇਲੈਕਟ੍ਰਿਕ ਚਾਰਜ, ਸੌਰੀ। ਤਾਂ ਇਹ ਡੈਫੀਨੇਸ਼ਨ ਹੈ, ਇੱਥੋਂ ਲੈ ਕੇ ਇੱਥੋਂ ਤੱਕ ਕਰਨੀ ਹੈ। ਵੈਨ 1 ਕੂਲਮ ਆਫ ਚਾਰਜ ਫਲੋ ਇਨ 1 ਸੈਕਿੰਡ ਦਾ ਕਰੰਟ ਇਜ਼ ਸਾਈਡ ਟੂ ਬੀ 1 ਐਂਪੀਅਰ। ਤਾਂ ਇੰਨੀ ਡੈਫੀਨੇਸ਼ਨ ਕਰਨੀ ਹੈ। ਦੁਬਾਰਾ ਮੈਂ ਮਾਰਕ ਕਰਦਾ, ਵੈਨ, ਕਿੱਥੋਂ ਸਟਾਰਟ ਕਰਨਾ, ਵੈਨ 1 ਕੂਲਮ ਆਫ ਚਾਰਜ ਫਲੋਜ਼ ਇਨ 1 ਸੈਕਿੰਡ ਦਾ ਕਰੰਟ ਇਜ਼ ਸਾਈਡ ਟੂ ਬੀ 1 ਐਂਪੀਅਰ। ਤਾਂ ਇਹ ਸਿੰਪਲ ਆ, ਡੈਫੀਨੇਸ਼ਨ ਸਾਡੇ ਉਹੀ ਫਾਰਮੂਲੇ ਤੋਂ ਬਣੀ ਆ, I ਇਕੁਅਲ ਟੂ ਕਿਊ ਅਪੋਨ ਟੀ। ਤਾਂ ਕਰੰਟ ਕਿੰਨਾ ਹੋਏਗਾ, ਇਹ ਸਾਡਾ ਕਰੰਟ 1 ਐਂਪੀਅਰ। ਤਾਂ 1 ਐਂਪੀਅਰ ਇਹ ਕਦੋਂ ਕਹਾਂਗੇ ਇਸ ਨੂੰ, ਜਦੋਂ 1 ਕੂਲਮ ਚਾਰਜ ਫਲੋ ਕਰੇ, ਕਿੰਨੇ ਟਾਈਮ 'ਚ, 1 ਸੈਕਿੰਡ 'ਚ। ਤਾਂ ਇਸ ਦੀ ਕੀ ਹੋ ਗਈ ਆ, ਸਾਡੀ ਡੈਫੀਨੇਸ਼ਨ ਆ, ਜੋ ਅਸੀਂ ਸਿੰਪਲੀ ਪੌਜ਼ ਕਰਕੇ ਤੁਸੀਂ ਲਿਖ ਸਕਦੇ ਹੋ, ਜੋ ਸਾਡਾ ਕੁਐਸਚਨ ਵੀ ਹੈ ਇੱਥੇ ਅੱਗੇ ਆਏਗਾ ਨੈਕਸਟ। ਤਾਂ ਨੈਕਸਟ ਅਸੀਂ ਰੀਡ ਕਰਦੇ ਹਾਂ। ਤਾਂ SI ਯੂਨਿਟ ਆਫ ਇਲੈਕਟ੍ਰਿਕ ਚਾਰਜ ਇਜ਼ ਕੂਲਮ, ਇਹ ਅਸੀਂ ਕਰ ਚੁੱਕੇ ਹਾਂ। ਜੋ ਚਾਰਜ ਹੈ ਉਸ ਨੂੰ ਕਿਸ 'ਚ ਮੈਜ਼ਰ ਕਰਦੇ ਹਾਂ, ਕੂਲਮ 'ਚ, ਅਤੇ ਕਰੰਟ ਨੂੰ ਕਿਸ 'ਚ, ਐਂਪੀਅਰ 'ਚ, ਵਿਚ ਇਜ਼ ਇਕੁਵਲੈਂਟ ਟੂ ਦਾ ਚਾਰਜ ਕੰਟੇਨਡ ਇਨ ਨੀਅਰਲੀ 6 × 10⁻18 ਇਲੈਕਟ੍ਰੋਨਸ। ਤਾਂ ਜੋ ਇਹ ਕਿਸ ਚੀਜ਼ ਦੇ ਇਕੁਅਲ ਹੁੰਦਾ, ਮਤਲਬ ਜੇ 1 ਕੂਲਮ ਅਸੀਂ ਚਾਰਜ ਕਿਸ ਚੀਜ਼ ਦੇ ਇਕੁਅਲ ਕਹਾਂਗੇ ਤਾਂ 6 × 10⁻18 ਇਲੈਕਟ੍ਰੋਨਸ, ਤਾਂ ਇੰਨੇ ਦੇ ਇਕੁਅਲ ਹੁੰਦਾ।
किस तरह हुंदा तो असीं तुहानूं कैलकुलेट करके भी दिखा दिंने आ। तो देखो किस तरह कैलकुलेट करना। याद रखना जो एक इलैक्ट्रॉन आ इलैक्ट्रॉन उस ते कितना चार्ज हुंदा 1.6 मल्टीप्लाई 10 रे दी पावर -19 ठीक है। तो इन्ना चार्ज हुंदा एक इलैक्ट्रॉन ते इन्ने कूलम ठीक है। तो जे असी 1 कूलम की वैल्यू फाइंड आउट करनी है तो सानू पता मैच ये जो वैल्यू उधर की चली जाती है नीचे। तो 1/1.6 इंटू 10 रे दी पावर -19 तो इन्ने इलैक्ट्रॉन्स आ जो वो होणगे किस च जे 1 कूलम की गल करिए। नैक्सट जे असी 1 नूं 1.6 नाल डिवाइड करते हैं तो पॉइंट हटावांगे तो उपर कितना बन जाएगा 10 तो जब ये असी पॉइंट हटा देंगे ये वाला तो उपर कितना बन जाएगा साडा 10 ठीक है। तो असी की बन जाएगा साडा 10/16 नीचे जो माइनस का 10 रे दी पावर 19 उपर जाके काहदा बन जाएगा प्लस का 10 रे दी पावर 19 बन जाएगा। माइनस वाला उपर जाके की बनता प्लस का बनता। तो जब असी इसनूं डिवाइड करांगे तो साडा 0.6 समथिंग कुछ आ जाएगा इंटू 10 रे दी पावर 19। तो पॉइंट इत्थों एक डिजिट पिछे लैके आना तो इधरों पावर घट जाती है। तो पॉइंट असी इत्थों की लियावांगे एक डिजिट पिछे लियावांगे तो 6 बन जाएगा। इधरों पावर एक घट जाएगी 10 दी पावर कितना रह जाएगा 18 रह जाएगा। तो इन्ने की हुंदे ने इलैक्ट्रॉन्स हुंदे ने किस च 1 कूलम च। तो नैक्सट है तो ये मैं तुहानूं एक्सप्लेन कर दिता। तो एक कूलम आ एक कूलम का मतलब किन्ने इलैक्ट्रॉन आ सिंपली भी तुसीं याद रख सकते हो जे कैलकुलेशन नहीं करनी 6 मल्टीप्लाई 10 रे दी पावर 18। नैक्सट हैगा वी नो दैट एन इलैक्ट्रॉन पासिस नैगेटिव चार्ज। तो इलैक्ट्रॉन ते कितना चार्ज हुंदा मैं हुणी दस के हटिया 1.6 इंटू 10 दी पावर -19 कूलम। द इलैक्ट्रिक करंट इज़ एक्सप्रैसड बाय द यूनिट कॉल्ड अंपीयर। ये भी आप कर चुके हैं जो इलैक्ट्रिक करंट आ उसनूं किस चीज़ मेजर करते हैं तो अंपीयर च। कहता नेम्ड आफ्टर द फ्रेंच साइंटिस्ट। तो फ्रेंच जो साइंटिस्ट थी अंपीयर के नेम ते इसनूं लिखते हैं। 1 अंपीयर इज़ कंस्टीट्यूटेड ये भी असी इसकी डेफिनेशन कर चुके हैं तो वो सौखी डेफिनेशन लिखवाई सी तुसी ये भी कर सकते हो। तो 1 अंपीयर इज़ कंस्टीट्यूटेड बाय द फ्लो ऑफ 1 कूलम चार्ज पर सैकेंड। तो ये भी डेफिनेशन कर सकते हो फ्लो ऑफ 1 कूलम ऑफ चार्ज पर सैकेंड। तो दैट इज़ 1 अंपीयर इक्वल टू 1 कूलम पर सैकेंड। नैक्सट स्मॉल क्वांटिटी ऑफ करंट इज़ एक्सप्रैसड इन मिली अंपीयर। तो याद रखना जे असी करंट ज़्यादा वड्डा मतलब जिवें किसी वायर च ज़्यादा करंट है तो उसनूं किस च मेजर करांगे अंपीयर च। पर जे छोटा करंट है तो उसनूं किस च करांगे मिली अंपीयर। मिली का मतलब हुंदा 10 दी पावर -3। तो इन्ना अंपीयर बहुत छोटा मतलब एक नूं जद 1000 नाल डिवाइड करते हैं। उस तो बिना उस तो भी जे छोटा मेजर करना तो असी किस च करांगे मैक्रो अंपीयर च। तो मैक्रो अंपीयर का मतलब की होंदा 10 दी पावर -6 अंपीयर। 10 दी पावर 6 अंपीयर का मतलब जब असी 1 नूं किन्ने नाल डिवाइड करते हैं एक ना 6 0 ना 1 नूं किस ना इन्नियां 0 नाल डिवाइड करते हैं तो इन्ने अंपीयर दे इक्वल हुंदा जो कि बहुत ही छोटा यूनिट है। तो बहुत स्मॉल करंट है जिवें सैल वगैरह च किन्ना करंट हुंदा तो बहुत थोड़ा हुंदा तो उसनूं असी मैक्रो अंपीयर विच मेजर करते हैं। तो इस तो भी छोटियां यूनिट्स होंदियां तो तुहानूं मिली ते मैक्रो अंपीयर ही है। तो याद रखना 1 मिली अंपीयर मतलब 10 रे दी पावर -3 अंपीयर एंड 1 मैक्रो अंपीयर की इक्वल हुंदा 10 रे दी पावर -6 अंपीयर। उस तो बाद हुण मेजर किस चीज़ ना करते हैं जो करंट आ उसकी मिनती किस ना चीज़ ना करते हैं तो जो साडा इंस्ट्रूमेंट का सिंबल है इसनूं कहने एमीटर।
ਤਾਂ ਐਮੀਟਰ ਨਾਲ ਇਸ ਨੂੰ ਮੇਜਰ ਕਰਦੇ ਆ। ਤਾਂ ਕਰੰਟ किस चीज़ ਨਾਲ मेजर करते हैं मिहनती इसकी एमीटर ਨਾਲ। ठीक है, नैक्सट जे असी कनैक्शन की गल करिए इसनूं सर्किट च किस तरह लाते हैं तो याद रखना इसनूं हमेशा इस तरह सीरीज़ च लाते हैं। ठीक है, तो इसनूं किहड़ा कहने हैं सीरीज़ कंबीनेशन आ। जो असी अगे करांगे सीरीज़ ते पैरलल कंबीनेशन की हुंदा गा, तो याद रखना इसनूं सीरीज़ च लाते हैं। सीरीज़ का मतलब ये हुंदा ਜਦੋਂ ਅਸੀਂ ਕੋਈ ਚੀਜ਼ ਲਗਾਤਾਰ ਲਾਈਏ ਤਾਂ ਤੁਸੀਂ ਸਮਝ ਸਕਦੇ ਹੋ, ਜਿਵੇਂ ਮੰਨ ਲਓ ਇਹ ਸਾਡੀ ਮੋਟਰ ਹੈ ਤਾਂ ਅਸੀਂ ਇਸ 'ਚੋਂ ਕਰੰਟ ਐਂਪੀਅਰ ਕਰਨਾ ਤਾਂ ਅਸੀਂ ਇਸ ਨਾਲ ਲਗਾਤਾਰ ਇਸ ਤਰ੍ਹਾਂ ਲਾ ਦਾਂਗੇ ਐਮੀਟਰ। ਤਾਂ ਇਸ ਨੂੰ ਕਹਿੰਦੇ ਆ ਕੀ ਆ ਸੀਰੀਜ਼ ਕੰਬੀਨੇਸ਼ਨ। ਅੱਗੇ ਜੇ ਅਸੀਂ ਯਾਦ ਰੱਖਣਾ ਇਸ ਦੀ ਵੋਲਟੇਜ ਮੇਜਰ ਕਰਨੀ ਆ ਤਾਂ ਵੋਲਟ ਮੀਟਰ ਲਾਉਂਦੇ ਆ, ਉਹ ਅਸੀਂ ਐਸਲੋਟ ਪੈਰਲਲ ਲਾਉਂਦੇ ਆ। ਪੈਰਲਲ ਦਾ ਮਤਲਬ ਲਗਾਤਾਰ ਨਹੀਂ, इस तरह लाना। इसकी डिटेल असी अगे करांगे जब टॉपिक करांगे उस टाइम इसनूं डिटेल विच समझावांगे। नैक्सट हैगा तो ये साडा जो सर्किट है वो एक दिखाया गया, इस साडा की है इलैक्ट्रिक लैंप दिखाया गया, एमीटर लगाया गया तो साडा प्लग की भी दिखाई गई है, वो असी एक बारी चैक कर लेने। तो याद रखना ये साडी की है बैटरी। जे एक सिंपल सर्किट की डायग्राम आ, कई बार सिंपल सर्किट ड्रा करने लई पुछ लेदे आ, तो जिस च की होवे सैल होवे बैटरी होवे तो ये साडा सैल जां बैटरी है। ये साडी की है स्विच आ ऑन ऑफ करने लई, ये साडा एमीटर आ करंट मेजर करने लई, ये साडा इंस्ट्रूमेंट है जिस विच दी करंट पास करेगा। तो करंट की डायरैक्शन की लिखनी है, उही साडी की लिखिया पॉजिटिव, तो इस साइड पॉजिटिव लिखिया होया तो पॉजिटिव टू, इस साइड की है नैगेटिव, तो ये डायरैक्शन लेती है पॉजिटिव टू नैगेटिव। हमेशा करंट की डायरैक्शन असी शो करनी है। ठीक है जी, तो नैक्सट असी करते हैं। तो ये साडा की आ गया एक जो नमैरिकल आ वो असी करना। ठीक है जी, तो देखो की दिता होया सानू इस नमैरिकल च, बहुत ही सौखा तो सिंपल नमैरिकल आ, कई बारी पेपर विच आ जांदा। तो की दिता होया सानू कहता एक करंट ऑफ 0.5 एम्पीयर इज़ ड्रान बाय फिलामेंट ऑफ एन इलैक्ट्रिक बल्ब फॉर 10 मिनट। मतलब सिंपल आ 0.5 एम्पीयर करंट है तो किन्ने टाइम लिए पास किया 10 मिनट्स लिए। तो असी इलैक्ट्रिक चार्ज आ जो वो फाइंड करना। तो सानू पता जो करंट है उसका फार्मूला असी किया होया आई किस चीज़ दे इक्वल हुंदा क्यू अपॉन टी। तो जे असी क्यू फाइंड आउट करना तो टी दूसरी साइड की हो जाएगी मल्टीप्लाई हो जाएगी। तो आई किस सॉरी तो क्यू दोबारा लिखदा मैं करंट जो किस चीज़ दे इक्वल हुंदा क्यू अपॉन टाइम, चार्ज अपॉन टाइम। तो टाइम उधर जाके की हो जाएगा मल्टीप्लाई, तो क्यू की वैल्यू की रह जाएगी इधर आई है तो टी उधर जाके मल्टीप्लाई हो गया आई इंटू टी करंट इंटू टाइम। तो सानू करंट भी दिता होया तो टाइम भी दिता होया, दोनों का सिंपल मल्टीप्लाई करांगे तो साडा की आ जाएगा चार्ज। बस यूनिट का ध्यान रखना, यूनिट का की है जो करंट आ साडा एम्पीयर च होना चाहिए तो जो साडा टाइम आ वो किस च होना चाहिए सैकेंड च। पर देखो जो साडा टाइम है वो किस चीज़ च दिता होया साडा मिनट्स दिता होया, जिसनूं असीं 60 नाल मल्टीप्लाई करके किस च बदल लांगे सैकेंड विच बदल लवांगे। तो कितना आ जाएगा जे 10 की 60 नाल मल्टीप्लाई करांगे तो 600 सैकेंड आ जाएगी। उस तो बाद असी सिंपल जो फार्मूला उही लाउणा, चार्ज असी हुणी कीता किस चीज़ दे इक्वल हुंदा करंट इंटू टाइम। तो करंट सानू कितना दिता होया, तो करंट दिता होया कितना 0.5 एम्पीयर मल्टीप्लाई टाइम कितना आ गया साडा 600, तो साडा कितना चार्ज बन जाएगा 300 कूलम। तो नैक्सट असी जो क्वेश्चन ने एक्सरसाइज दे वो करने ने। तो नैक्सट देखते हैं असी। हाँ जी, तो ये साढ़े 3 क्वेश्चन ने जो दिते हुए ने। पहला किया व्हाट डज इलैक्ट्रिक सर्किट मीन। तो इलैक्ट्रिक सर्किट का मतलब की हुंदा, तो असी पिछे कीता गा पार्ट च। इलैक्ट्रिक सर्किट की हुंदा एक क्लोज्ड पाथ हुंदा, क्लोज्ड पाथ हुंदा जिस च की हुंदा गा मतलब करंट फ्लो करदा। तो तुसी ये भी लिख सकते हो दी सिंपल डेफिनेशन, इलैक्ट्रिक सर्किट कंसिस्ट एन इलैक्ट्रिक सैल ए स्विच, ठीक है, एंड इलैक्ट्रिक इंस्ट्रूमेंट सिंपली एंड इट इज़ ए क्लोज्ड पाथ।
ਤੇ ਇਹ ਕੀ ਹੁੰਦਾ, ਇੱਕ ਕਲੋਜ਼ਡ ਪਾਥ ਹੁੰਦਾ। ਤਾਂ ਨੈਕਸਟ ਅਸੀਂ ਕਰਦੇ ਹਾਂ। ਤਾਂ ਉਸ ਪਿੱਛੇ ਵੀ ਅਸੀਂ ਪਿਛਲੀ 'ਚ ਸਿੰਪਲ ਡੈਫੀਨੇਸ਼ਨ ਕੀਤੀ ਸੀ, ਤੁਸੀਂ ਉੱਤੋਂ ਵੀ ਕਰ ਸਕਦੇ ਹੋ। ਤਾਂ ਨੈਕਸਟ ਹੈਗਾ ਡਿਫਾਈਨਡ ਯੂਨਿਟ ਆਫ ਕਰੰਟ। ਤਾਂ ਅਸੀਂ ਹੁਣੀ 1 ਐਂਪੀਅਰ ਕਰੰਟ ਨੂੰ ਐਕਸਪਲੇਨ ਕਰ ਸਕੇ ਹਾਂ। ਤਾਂ ਕਿਸ ਚੀਜ਼ ਦੇ ਕੋਲ ਹੁੰਦਾ, ਵੈਨ 1 ਕੂਲਮ ਚਾਰਜ ਫਲੋਜ਼ ਇਨ 1 ਸੈਕਿੰਡ। ਤਾਂ ਅਸੀਂ ਕੀ ਕਹਾਂਗੇ, ਕਰੰਟ ਇਜ਼ ਸਾਈਡ ਟੂ ਬੀ 1 ਐਂਪੀਅਰ। ਤਾਂ ਸਿੰਪਲ ਡੈਫੀਨੇਸ਼ਨ ਆ, ਕਰੰਟ ਇਜ਼ ਸਾਈਡ ਟੂ ਬੀ 1 ਐਂਪੀਅਰ ਵੈਨ 1 ਕੂਲਮ ਚਾਰਜ ਫਲੋ ਇਨ 1 ਸੈਕਿੰਡ। ਠੀਕ ਹੈ ਜੀ। ਨੈਕਸਟ ਹੈ ਨੰਬਰ ਆਫ ਇਲੈਕਟ੍ਰੋਨਸ ਕੰਸਟੀਟਿਊਟਿੰਗ 1 ਕੂਲਮ ਚਾਰਜ। ਤਾਂ ਅਸੀਂ ਪਿੱਛੇ ਕੈਲਕੂਲੇਟ ਕਰਕੇ ਹਟੇ ਹਾਂ, ਕਿੰਨੇ ਹੁੰਦੇ ਨੇ, 6 ਮਲਟੀਪਲਾਈ 10⁻18 ਇਲੈਕਟ੍ਰੋਨਸ ਹੁੰਦੇ ਨੇ, ਜੋ ਕਿ ਅਸੀਂ ਪਿੱਛੇ ਕੈਲਕੂਲੇਟ ਕਰ ਲਏ ਸੀਗੇ। ਤਾਂ ਇਹ ਸਾਡਾ ਸੀਗਾ ਪਾਰਟ। ਨੈਕਸਟ ਅਸੀਂ ਅੱਗੇ ਕਰਾਂਗੇ। ਸਬਸਕ੍ਰਾਈਬ ਦਾ ਚੈਨਲ ਐਂਡ ਪ੍ਰੈਸ ਦਾ ਬੈਲ ਆਈਕਨ ਤਾਂ ਕਿ ਹਰ ਨਵੀਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ।